ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਰਾਤ ਸੁੱਤਿਆਂ ਨੂੰ ਡਰਾਉਣੇ ਜਾਂ ਗੰਦੇ ਸੁਪਨੇ ਆਉਂਦੇ ਹਨ। ਕਈਆਂ ਨੂੰ ਤਾਂ ਡਰਾਉਣੇ ਜਾਂ ਗੰਦੇ ਸੁਪਨਿਆਂ ਦੀ ਇੰਨੀ ਸਮੱਸਿਆ ਹੈ ਕਿ ਉਹ ਸੌਣ ਤੋਂ ਵੀ ਡਰਦੇ ਹਨ। ਦਾਨੇ ਲੋਕਾਂ ਵੱਲੋਂ ਮਾੜੇ ਸੁਪਨਿਆਂ ਤੋਂ ਬਚਣ ਲਈ ਬੜੇ ਇਲਾਜ ਦੱਸੇ ਗਏ ਹਨ, ਪਰ ਇਹ ਉਪਚਾਰ ਹਮੇਸ਼ਾ ਕੰਮ ਨਹੀਂ ਕਰਦੇ। ਜਦੋਂ ਇਨਸਾਨ ਸੌਂਦਾ ਹੈ ਉਦੋਂ ਉਹ ਆਪਣਾ ਬਚਾਅ ਕਰਨ ਦੇ ਸਮਰੱਥ ਨਹੀਂ ਹੁੰਦਾ। ਸੁੱਤੇ ਬੰਦੇ ਦਾ ਜੇ ਕੋਈ ਨੁਕਸਾਨ ਕਰ ਦੇਵੇ ਉਹ ਕੁਝ ਨਹੀਂ ਕਰ ਸਕਦਾ। ਉਸ ਵਕਤ ਕੇਵਲ ਪਰਮੇਸ਼ਰ ਦਾ ਹੀ ਆਸਰਾ ਹੁੰਦਾ ਹੈ। ਉੱਦਾਂ ਤਾਂ ਚਾਹੇ ਜਾਗਰਤ ਅਵਸਥਾ ਹੋਵੇ ਚਾਹੇ ਅਚੇਤ ਅਵਸਥਾ, ਦੋਹਾਂ ਸੂਰਤਾਂ ਵਿੱਚ ਕੇਵਲ ਪਰਮੇਸ਼ਰ ਦਾ ਹੀ ਆਸਰਾ ਹੁੰਦਾ ਹੈ। ਪਰ ਸੁੱਤੇ ਪਿਆਂ ਖਾਸ ਕਰਕੇ ਸਾਡਾ ਕੋਈ ਵਸ ਨਹੀਂ ਹੁੰਦਾ ਅਤੇ ਉਸ ਵੇਲੇ ਇਹ ਅਤ ਜ਼ਰੂਰੀ ਹੈ ਕਿ ਸਾਨੂੰ ਨਿਸ਼ਚੈ ਹੀ ਸੱਚੇ ਪਾਤਸ਼ਾਹ ਦੀ ਸੁਰੱਖਿਆ ਪ੍ਰਾਪਤ ਹੋਵੇ ਤਾਂ ਕਿ ਸਾਡਾ ਸਰੀਰਕ, ਮਾਨਸਿਕ ਜਾਂ ਆਤਮਿਕ ਨੁਕਸਾਨ ਨਾ ਹੋਵੇ। ਅਸੀਂ ਬੇਫਿਕਰ ਹੋ ਕੇ ਚੈਨ ਦੀ ਨੀਂਦ ਸੌਂ ਸਕੀਏ। ਇਸ ਕਾਰਜ ਲਈ ਗੁਰੂ ਸਾਹਿਬਾਨ ਨੇ ਸਾਨੂੰ ਕਮਾਲ ਦੀ ਜੁਗਤੀ ਦੱਸੀ ਹੈ, ਜਿਸ ਦੇ ਕਰਨ ਨਾਲ ਨਿਸ਼ਚੈ ਹੀ ਭੈੜੇ ਸੁਪਨੇ ਨਹੀਂ ਆਉਂਦੇ ਅਤੇ ਹਰ ਤਰ੍ਹਾਂ ਦੀ ਰੱਖਿਆ ਪ੍ਰਾਪਤ ਹੁੰਦੀ ਹੈ। ਇਹ ਜੁਗਤੀ ਹੈ ਪੂਰਨ ਧਿਆਨ ਲਾ ਕੇ ਸੌਣ ਤੋਂ ਠੀਕ ਪਹਿਲਾਂ ਸ੍ਰੀ ਸੋਹਿਲਾ ਸਾਹਿਬ ਦਾ ਪਾਠ ਕਰਨਾ। ਕੀਰਤਨ ਸੋਹਿਲਾ ਦਾ ਪਾਠ ਕਰਨ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ 5 ਸ਼ਬਦ ਦੱਸੇ ਹਨ, ਜਿਨ੍ਹਾਂ ਦੇ ਕਰਨ ਨਾਲ ਦੁਨਿਆਵੀ ਚੋਰ ਜਾਂ ਡਾਕੂ ਤਾਂ ਕੀ, ਧਰਮਰਾਏ ਦੇ ਜਮਦੂਤ ਵੀ ਕੋਈ ਨੁਕਸਾਨ ਨਹੀਂ ਕਰ ਸਕਦੇ। ਸ੍ਰੀ ਸੋਹਿਲਾ ਸਾਹਿਬ ਦੇ 5 ਸ਼ਬਦ ਹਨ ਅਤੇ 5 ਹੀ ਨਾਲ ਰੱਖਿਆ ਦੇ ਸ਼ਬਦ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ। ਜੇ ਫੁਰਨੇ ਰੋਕ ਕੇ ਮਨ ਵਿੱਚ ਸ਼ਰਧਾ ਅਤੇ ਪ੍ਰੇਮ ਧਾਰ ਕੇ ਇਹਨਾਂ ਦਾ ਪਾਠ ਠੀਕ ਸੌਣ ਤੋਂ ਪਹਿਲਾਂ ਮੰਜੇ ਤੇ ਬੈਠ ਕੇ ਕੀਤਾ ਜਾਵੇ ਤਾਂ ਇਹ ਗਰੰਟੀ ਵਾਲੀ ਗੱਲ ਹੈ ਕਿ ਕਦੇ ਭੈੜੇ ਸੁਪਨੇ ਨਹੀਂ ਆਉਣਗੇ। ਜਿਉਂ-ਜਿਉਂ ਸੋਹਿਲਾ ਸਾਹਿਬ ਅਤੇ ਰੱਖਿਆ ਵਾਲੇ ਸ਼ਬਦ ਪੜ੍ਹੀਦੇ ਹਨ, ਤਿਉਂ-ਤਿਉਂ ਗੁਰਸਿੱਖ ਦੇ ਦੁਆਲੇ ਕਿਲ੍ਹਾ ਬਣਦਾ ਜਾਂਦਾ ਹੈ, ਜਿਸ ਨੂੰ ਕੋਈ ਮਾੜੀ ਸ਼ਕਤੀ ਜਾਂ ਚੋਰ ਡਾਕੂ ਨਹੀਂ ਭੇਦ ਸਕਦਾ। ਬਸ ਸ਼ਰਤ ਇਹ ਹੈ ਕਿ ਪਾਠ ਪੂਰੇ ਧਿਆਨ ਨਾਲ ਅਤੇ ਸ਼ਰਧਾ ਸੇਤੀ ਕੀਤਾ ਜਾਵੇ। ਵੀਡੀਓ ਦੇ ਅਖੀਰ ਵਿੱਚ ਅਸੀਂ ਕੀਰਤਨ ਸੋਹਿਲਾ ਦੇ ਨਾਲ ਪੜ੍ਹਨ ਵਾਲੇ 5 ਸ਼ਬਦ ਤੁਹਾਨੂੰ ਦੱਸਾਂਗੇ, ਜਿਨ੍ਹਾਂ ਸਦਕਾ ਤੁਸੀਂ ਬੇਫਿਕਰ ਹੋ ਕੇ ਸੌਂ ਸਕਦੇ ਹੋ ਅਤੇ ਤੁਹਾਡਾ ਸੁਪਨੇ ਵਿੱਚ ਜਾਂ ਹਕੀਕਤ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ। ਸ੍ਰੀ ਸੋਹਿਲਾ ਸਾਹਿਬ ਦੀ ਸ਼ਕਤੀ ਦਿਖਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕੌਤਕ ਰਚਿਆ ਸੀ, ਜਿਸ ਤੋਂ ਸਿੱਖਿਆ ਮਿਲਦੀ ਹੈ ਕਿ ਇਸ ਬਾਣੀ ਵਿੱਚ ਕਿੰਨੀ ਅਥਾਹ ਸ਼ਕਤੀ ਹੈ। ਕਰਤਾਰਪੁਰ ਸਾਹਿਬ ਦੀ ਗੱਲ ਹੈ ਕਿ ਬਾਬਾ ਲਹਿਣਾ ਜੀ, ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਬਣੇ ਸਨ, ਗੁਰੂ ਨਾਨਕ ਸਾਹਿਬ ਜੀ ਦੀ ਮੁੱਠੀ ਚਾਪੀ ਕਰ ਰਹੇ ਸਨ। ਉਹਨਾਂ ਨੇ ਦੇਖਿਆ ਸੀ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ, ਉਦੋਂ ਗੁਰੂ ਸਾਹਿਬ ਜੀ ਦੇ ਚਰਨ ਐਨ ਸਾਫ਼ ਸਨ। ਪਰ ਥੋੜ੍ਹੇ ਸਮੇਂ ਬਾਅਦ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਦੀਆਂ ਪਿੰਨੀਆਂ ਤੇ ਝਰੀਟਾਂ ਦੇ ਨਿਸ਼ਾਨ ਸਨ। ਉਹ ਹੈਰਾਨ ਹੋ ਗਏ ਕਿ ਇਹ ਝਰੀਟਾਂ ਕਿਵੇਂ ਪੈ ਗਈਆਂ। ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਪਿੰਨੀਆਂ ਤੇ ਆਈਆਂ ਝਰੀਟਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਕਿ ਫਲਾਣੀ ਥਾਂ ਤੇ ਸਾਡਾ ਇੱਕ ਸਿੱਖ ਬੱਕਰੀਆਂ ਚਾਰ ਰਿਹਾ ਹੈ, ਉਸ ਨੂੰ ਸੱਦ ਕੇ ਲਿਆਓ। ਉਹ ਆਜੜੀ ਸਿੱਖ ਬੜੇ ਪ੍ਰੇਮ ਨਾਲ ਸ੍ਰੀ ਸੋਹਿਲਾ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ। ਗੁਰੂ ਸਾਹਿਬ ਜੀ ਵੱਲੋਂ ਭੇਜੇ ਸਿੱਖ ਨੇ ਉਸ ਨੂੰ ਗੁਰੂ ਸਾਹਿਬ ਜੀ ਪਾਸ ਲੈ ਆਂਦਾ। ਉਸ ਸਿੱਖ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੜੇ ਅਦਬ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਜੀ ਦੇ ਹੁਕਮ ਦਾ ਇੰਤਜ਼ਾਰ ਕਰਨ ਲੱਗ ਪਿਆ। ਗੁਰੂ ਸਾਹਿਬ ਨੇ ਉਸ ਸਿੱਖ ਨੂੰ ਹੁਕਮ ਕੀਤਾ ਕਿ ਹੇ ਭਾਈ, ਤੂੰ ਜਿਸ ਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰ ਰਿਹਾ ਸੀ, ਇਹ ਬਾਣੀ ਸਾਨੂੰ ਬਹੁਤ ਪਿਆਰੀ ਹੈ। ਤੂੰ ਕੰਡਿਆਂ ਵਾਲੀਆਂ ਝਾੜੀਆਂ ਵਿੱਚ ਪ੍ਰੇਮ ਨਾਲ ਸੋਹਿਲੇ ਦਾ ਪਾਠ ਕਰਦਾ ਹੋਇਆ ਫਿਰ ਰਿਹਾ ਸੀ ਅਤੇ ਅਸੀਂ ਪ੍ਰੇਮ ਨਾਲ ਬਾਣੀ ਸੁਣਦੇ ਤੇਰੇ ਅੰਗ ਸੰਗ ਸੀ। ਤੂੰ ਪ੍ਰੇਮ ਵਿੱਚ ਮਸਤ ਹੋਇਆ ਕੰਡਿਆਂ ਵਿੱਚ ਦੀ ਲੰਘ ਰਿਹਾ ਸੀ, ਪਰ ਅਸੀਂ ਉਹ ਕੰਡੇ ਤੈਨੂੰ ਨਹੀਂ ਚੁੱਭਣ ਦਿੱਤੇ ਅਤੇ ਸਭ ਆਪਣੇ ਤੇ ਹੰਢਾ ਲਏ। ਇਹ ਸੁਣ ਕੇ ਉਸ ਸਿੱਖ ਨੇ ਪ੍ਰੇਮ ਅਤੇ ਬੈਰਾਗ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਸੀਂ ਹੁਕਮ ਕਰੋ ਕਿ ਅਸੀਂ ਕੀ ਕਰਿਆ ਕਰੀਏ। ਅਸੀਂ ਤਾਂ ਤੁਹਾਡੇ ਹੁਕਮ ਅਨੁਸਾਰ ਹੀ ਇਹ ਬਾਣੀ ਦਾ ਪਾਠ ਕਰ ਰਹੇ ਸੀ। ਗੁਰੂ ਸਾਹਿਬ ਜੀ ਨੇ ਆਗਿਆ ਦਿੱਤੀ ਕਿ ਇਸ ਬਾਣੀ ਦਾ ਪਾਠ 5 ਇਸ਼ਨਾਨਾਂ ਕਰਕੇ ਬਸ ਸੌਣ ਲੱਗਿਆਂ ਹੀ ਕਰਿਆ ਕਰੋ ਅਤੇ ਜੋ ਵੀ ਸਿੱਖ ਇਸ ਤਰ੍ਹਾਂ ਧਿਆਨ ਅਤੇ ਸ਼ਰਧਾ ਨਾਲ ਇਸ ਬਾਣੀ ਦਾ ਪਾਠ ਕਰੇਗਾ, ਉਸ ਦੀ ਹਰ ਤਰ੍ਹਾਂ ਦੀ ਰੱਖਿਆ ਹੋਵੇਗੀ। ਇਸ ਤੋਂ ਬਾਅਦ ਸਭ ਸਿੱਖ ਇਸ ਬਾਣੀ ਦਾ ਪਾਠ ਰਾਤ ਸੌਣ ਤੋਂ ਪਹਿਲਾਂ ਕਰਨ ਲੱਗ ਪਏ। ਉਸ ਵਕਤ ਇਸ ਬਾਣੀ ਵਿੱਚ ਕੇਵਲ 3 ਸ਼ਬਦ ਹੀ ਹੁੰਦੇ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਇਸ ਬਾਣੀ ਨਾਲ ਇੱਕ ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਦਾ
ਅਤੇ ਇੱਕ ਅਖੀਰਲਾ ਸ਼ਬਦ ਉਹਨਾਂ ਦਾ ਆਪਣਾ ਰਲਾ ਕੇ ਇਸ ਬਾਣੀ ਦੇ 5 ਸ਼ਬਦ ਨਿਯਤ ਕਰ ਦਿੱਤੇ ਗਏ ਜੋ ਹੁਣ ਤੱਕ ਕਾਇਮ ਹਨ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਤੇ ਹੋਰ ਵੱਡਾ ਉਪਕਾਰ ਕਰਕੇ ਸੋਹਿਲਾ ਸਾਹਿਬ ਨਾਲ ਆਪਣੇ 5 ਹੋਰ ਬੇਨਤੀ ਅਤੇ ਰੱਖਿਆ ਵਾਲੇ ਸ਼ਬਦ ਪੜ੍ਹਨ ਦੀ ਸਿੱਖਾਂ ਤਾਈਂ ਤਾਕੀਦ ਕਰ ਦਿੱਤੀ। ਗੁਰੂ ਸਾਹਿਬ ਦੇ ਸੂਝਵਾਨ ਅਤੇ ਸ਼ਰਧਾਵਾਨ ਗੁਰਸਿੱਖ ਅੱਜ ਵੀ ਸੋਹਿਲਾ ਸਾਹਿਬ ਨਾਲ ਇਹਨਾਂ 5 ਸ਼ਬਦਾਂ ਦਾ ਪਾਠ ਕਰਦੇ ਹਨ। ਕੀਰਤਨ ਸੋਹਿਲਾ ਅਤੇ ਰੱਖਿਆ ਵਾਲੇ ਸ਼ਬਦਾਂ ਦਾ ਪਾਠ ਕਰਨ ਨੂੰ ਮਸਾਂ 5 ਮਿੰਟ ਲੱਗਦੇ ਹਨ, ਪਰ ਇਹਨਾਂ ਦੇ ਜਾਪ ਵਿੱਚ ਅਥਾਹ ਸ਼ਕਤੀ ਹੈ। ਜੇ ਸਿੱਖ ਯਕੀਨ ਨਾਲ ਅਤੇ ਧਿਆਨ ਨਾਲ ਇਹਨਾਂ ਦਾ ਪਾਠ ਕਰੇ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਉਸ ਨੂੰ ਕਦੇ ਮਾੜਾ ਸੁਪਨਾ ਆ ਜਾਵੇ ਜਾਂ ਉਸ ਦਾ ਸੁੱਤੇ ਪਏ ਦਾ ਵਾਲ ਵੀ ਵਿੰਗਾ ਹੋ ਜਾਵੇ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਘੋੜਿਆਂ ਦਾ ਵਪਾਰੀ ਗੁਰੂ ਸਾਹਿਬ ਦਾ ਅਨੰਨ ਸਿੱਖ ਸੀ, ਜਿਸ ਦੀ ਕਰਾਮਾਤੀ ਤਰੀਕੇ ਨਾਲ ਚੋਰਾਂ ਡਾਕੂਆਂ ਤੋਂ ਹਿਫਾਜ਼ਤ ਇਹਨਾਂ ਸ਼ਬਦਾਂ ਕਰਕੇ ਹੋਈ ਸੀ। ਇਹ ਸਾਖੀ ਜੇ ਗੁਰੂ ਸਾਹਿਬ ਜੀ ਦੀ ਰਜ਼ਾ ਹੋਈ ਤਾਂ ਅਸੀਂ ਫੇਰ ਕਦੇ ਸੁਣਾਵਾਂਗੇ। ਖੈਰ, ਜੇ ਤੁਸੀਂ ਸਾਡੀ ਐਪ ਗੁਰਬਾਣੀ ਪੋਥੀ, ਜੋ ਕਿ ਐਂਡਰਾਇਡ ਫੋਨਾਂ ਤੇ ਮਿਲਦੀ ਹੈ, ਨੂੰ ਆਪਣੇ ਫੋਨ ਤੇ ਡਾਊਨਲੋਡ ਕਰੋ ਤਾਂ ਤੁਸੀਂ ਸ੍ਰੀ ਸੋਹਿਲਾ ਸਾਹਿਬ ਦੇ ਪਾਠ ਨਾਲ ਇਹ 5 ਸ਼ਬਦਾਂ ਦਾ ਪਾਠ ਵੀ ਕਰ ਸਕਦੇ ਹੋ। ਇਹ 5 ਸ਼ਬਦ ਇਸ ਵਕਤ ਤੁਹਾਡੀ ਸਕਰੀਨ ਤੇ ਦਿਸ ਰਹੇ ਹਨ, ਅਤੇ ਜੇ ਤੁਹਾਡੇ ਕੋਲ ਸਾਡੀ ਗੁਰਬਾਣੀ ਪੋਥੀ ਐਪ ਨਹੀਂ ਹੈ ਤਾਂ ਤੁਸੀਂ ਉੱਦਾਂ ਇਹ ਸ਼ਬਦ ਕੰਠ ਕਰਕੇ ਸ੍ਰੀ ਸੋਹਿਲਾ ਸਾਹਿਬ ਦੇ ਪਾਠ ਤੋਂ ਪਹਿਲਾਂ ਕਰਕੇ ਆਪਣੀ ਪੂਰੀ ਰੱਖਿਆ ਨੂੰ ਯਕੀਨੀ ਕਰ ਸਕਦੇ ਹੋ। ਇਹ ਨਿੱਜ ਪਰਖੀ ਹੋਈ ਗੱਲ ਹੈ ਕਿ 5 ਇਸ਼ਨਾਨਾਂ ਕਰਕੇ ਰੱਖਿਆ ਦੇ ਸ਼ਬਦ ਅਤੇ ਸ੍ਰੀ ਸੋਹਿਲਾ ਸਾਹਿਬ ਕਰਕੇ ਕਦੇ ਵੀ ਡਰਾਉਣੇ ਅਤੇ ਗੰਦੇ ਸੁਪਨੇ ਨਹੀਂ ਆ ਸਕਦੇ। ਇਸ ਤੋਂ ਇਲਾਵਾ ਜਦੋਂ ਤੱਕ ਸੌਂ ਨਾ ਜਾਈਏ ਉਦੋਂ ਤੱਕ ਲਗਾਤਾਰ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਨਾਮ ਜਪਦੇ ਜਪਦੇ ਜੇ ਸੌਂ ਜਾਈਏ ਤਾਂ ਇੱਕ ਤਾਂ ਰਾਤ ਪੂਰੀ ਰੱਖਿਆ ਹੁੰਦੀ ਹੈ, ਦੂਸਰਾ ਕਦੇ ਮਾੜਾ ਸੁਪਨਾ ਨਹੀਂ ਆ ਸਕਦਾ, ਅਤੇ ਤੀਸਰਾ ਅੰਮ੍ਰਿਤ ਵੇਲੇ ਸਹਿਜੇ ਹੀ ਜਾਗ ਖੁੱਲ ਜਾਂਦੀ ਹੈ। ਤੁਸੀਂ ਅਜ਼ਮਾ ਕੇ ਦੇਖ ਲਵੋ। ਜੇ ਇਸ ਤਰ੍ਹਾਂ ਕਰੋਗੇ ਤਾਂ ਕਦੇ ਮਾੜਾ ਸੁਪਨਾ ਨਹੀਂ ਆਵੇਗਾ ਅਤੇ ਪਰਮੇਸ਼ਰ ਤੁਹਾਡੀ ਪੂਰਨ ਰੱਖਿਆ ਕਰਨਗੇ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਝੋਲੀ ਵਿੱਚ ਗੁਰਮਤ ਅਨੁਸਾਰ ਸ੍ਰੀ ਸੋਹਿਲਾ ਸਾਹਿਬ ਦਾ ਅਤੇ ਰੱਖਿਆ ਦੇ ਸ਼ਬਦਾਂ ਦਾ ਨਿਤਨੇਮ ਪਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।